ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਹੜੇ ਲੋਕ ਕਹਿੰਦੇ ਹਨ ਕਿ ਸਾਡੀ ਸਿਹਤ ਠੀਕ ਨਹੀਂ ਰਹਿੰਦੀ, ਸਾਧ ਸੰਗਤ ਜੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਹਨ, ਤਕਲੀਫਾਂ ਹਨ, ਜਾਂ ਜਿਨ੍ਹਾਂ ਦਾ ਸਰੀਰ ਠੀਕ ਨਹੀਂ ਰਹਿੰਦਾ, ਕੋਈ ਨਾ ਕੋਈ ਬਿਮਾਰੀ ਨੇ ਜਿਨ੍ਹਾਂ ਨੂੰ ਜਕੜ ਰੱਖਿਆ ਹੈ, ਜਿਸ ਬਿਮਾਰੀ ਦਾ ਉਹਨਾਂ ਤੋਂ ਇਲਾਜ ਨਹੀਂ ਹੋ ਰਿਹਾ, ਉਹ ਸਾਡੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ। ਤੇ ਇਸ ਵੀਡੀਓ ਦੇ ਵਿੱਚ ਇੱਕ ਜੁਗਤ ਵੀ ਦੱਸਣ ਜਾ ਰਹੇ ਹਾਂ, ਜਿਸ ਜੁਗਤ ਨੂੰ ਅਪਣਾ ਕੇ ਅਸੀਂ ਆਪਣੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਤੇ ਆਓ ਸਾਡੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ, ਇੱਕ ਵਾਰ ਸੰਤਾਂ ਦੇ ਨਾਲ ਕਿਸੇ ਮਨੁੱਖ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ ਕਿ ਉਸ ਨੂੰ ਬਹੁਤ ਹੀ ਬੁਖਾਰ ਚੜ੍ਹਦਾ ਹੈ ਤੇ ਉਸ ਦਾ ਬੁਖਾਰ 101 ਤੋਂ ਥੱਲੇ ਆਉਂਦਾ ਹੀ ਨਹੀਂ ਹੈ। ਉਹ ਕਹਿੰਦੇ ਹਨ ਕਿ ਅਸੀਂ ਸਾਰੇ ਹੀ ਡਾਕਟਰ, ਵੈਦ, ਹਕੀਮਾਂ ਨੂੰ ਦਿਖਾ ਲਿਆ, ਪਰ ਬੁਖਾਰ ਦਾ ਕੋਈ ਵੀ ਇਲਾਜ ਨਹੀਂ ਹੋਇਆ। ਸਾਰੇ ਹੀ ਡਾਕਟਰ ਜੋ ਲਗਾ ਕੇ ਥੱਕ ਚੁੱਕੇ ਹਨ, ਪਰ ਬੁਖਾਰ ਨਹੀਂ ਉਤਰਿਆ। ਸੰਤ ਜੀ ਕਹਿੰਦੇ ਕਿ ਮੈਂ ਸਮਝ ਗਿਆ ਹਾਂ। ਉਹਨਾਂ ਨੇ ਪਰਿਵਾਰ ਨੂੰ ਇੱਕ ਜੁਗਤੀ ਦੱਸੀ ਕਿ ਤੁਸੀਂ ਜਾਪ ਸਾਹਿਬ ਦਾ ਪਾਠ ਤੇ ਨਾਲ ਹੀ ਇੱਕ ਤਾਤੀ ਵਾਓ ਦਾ ਪਾਠ ਪੂਰੀ ਸ਼ਰਧਾ ਦੇ ਨਾਲ ਕਰੋ। ਤੇ ਫਿਰ ਉਸ ਪਰਿਵਾਰ ਨੇ ਉਹਨਾਂ ਦਾ ਬਚਨ ਮੰਨ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਪਾਠ ਕਰਦਿਆਂ 15 ਤੋਂ 18 ਦਿਨ ਹੀ ਹੋਏ ਸਨ ਤੇ ਫਿਰ ਉਸ ਦਾ ਬੁਖਾਰ ਉਤਰਨਾ ਸ਼ੁਰੂ ਹੋ ਗਿਆ, ਜਿਹੜਾ ਬਹੁਤ ਹੀ ਸਮੇਂ ਤੋਂ ਚੜ੍ਹਿਆ ਹੋਇਆ ਸੀ। ਤੇ ਫਿਰ ਕੁਝ ਦਿਨਾਂ ਬਾਅਦ ਪਾਣੀ ਦੇ ਓਟ ਆਸਰੇ ਦੇ ਨਾਲ ਹੀ ਠੀਕ ਹੋਣਾ ਸ਼ੁਰੂ ਹੋ ਗਿਆ। ਸੰਤ ਜੀ ਦੱਸਦੇ ਹਨ ਕਿ ਜਿਹੜਾ ਮਨੁੱਖ ਅੰਮ੍ਰਿਤ ਛਕ ਕੇ ਜਾਪ ਸਾਹਿਬ ਦੀ ਬਾਣੀ ਦਾ ਜਾਪ ਕਰੇ, ਮੌਤ ਤੋਂ ਬਾਅਦ ਜਦੋਂ ਸ਼ੁਰੂ ਤੋਂ ਲੈ ਕੇ ਜਾਂਦੇ ਹਨ, ਫਿਰ ਉਸ ਦੀ ਬਹੁਤ ਹੀ ਮਾਰ ਕੁਟਾਈ ਹੁੰਦੀ ਹੈ। ਕਈ ਜਿਹੜੇ ਇੱਦਾਂ ਦੇ ਹੁੰਦੇ ਹਨ ਕਿ ਉਹ ਗੁਰਸਿੱਖ ਦੇ ਘਰ ਜੰਮਦੇ ਵੀ ਹਨ, ਅੰਮ੍ਰਿਤ ਵੀ ਛਕਦੇ ਹਨ, ਪਰ ਨਾਮ ਸਿਮਰਨ ਨਹੀਂ ਕਰਦੇ। ਟੀਵੀ ਤਾਂ ਕਈ ਘੰਟੇ ਦੇਖਿਆ ਜਾਂਦਾ ਹੈ, ਪਰ ਬਾਣੀ ਦਾ ਸਿਮਰਨ ਨਹੀਂ ਕੀਤਾ ਜਾਂਦਾ। ਹੋਮੋਪੈਥਿਕ ਡਾਕਟਰ ਇਹ ਦੱਸਦੇ ਹਨ ਕਿ ਜਿਹੜਾ ਰੋਗ ਹੁੰਦਾ ਹੈ ਉਹ ਮਨ ਤੋਂ ਸ਼ੁਰੂ ਹੁੰਦਾ ਹੈ। ਮਨ ਤੋਂ ਰੋਗ ਸ਼ੁਰੂ ਹੋ ਕੇ ਫਿਰ ਸਰੀਰ ਦੇ ਵਿੱਚ ਐਂਟਰ ਕਰਦਾ ਹੈ। ਗਿਆਨੀ ਠਾਕੁਰ ਸਿੰਘ ਜੀ ਨੇ ਆਪਣੇ ਬਚਨਾਂ ਦੇ ਵਿੱਚ ਦੱਸਿਆ ਹੈ, ਜੇਕਰ ਜੀਵ ਦਾ ਮਨ ਸ਼ਬਦ ਦੇ ਨਾਲ ਜੁੜ ਜਾਵੇ ਤਾਂ ਉਹ ਫਿਰ ਰੋਗ ਤੋਂ ਅਤੇ ਇਸ ਪਾਸੇ ਤੋਂ ਵੀ ਬਚ ਸਕਦਾ ਹੈ। ਇੱਕ ਵਾਰ ਇੱਕ ਸੰਤਾਂ ਨੇ ਇੱਕ ਮਨੁੱਖ ਨੂੰ ਦੱਸਿਆ ਕਿ ਤੁਸੀਂ ਬਾਣੀ ਦਾ ਜਾਪ ਕਰਿਆ ਕਰੋ, ਫਿਰ ਤੁਹਾਨੂੰ ਕਦੇ ਵੀ ਕੋਈ ਕਸ਼ਟ ਨਹੀਂ ਆਵੇਗਾ। ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ। ਉੱਥੇ ਕੋਲ ਹੀ ਇੱਕ ਬਜ਼ੁਰਗ ਮਾਤਾ ਬੈਠੇ ਹੋਏ ਸਨ। ਉਸਨੇ ਉੱਠ ਕੇ ਮਹਾਂਪੁਰਖਾਂ ਦੇ ਪਾਸ ਇੱਕ ਬੇਨਤੀ ਕੀਤੀ ਕਿ ਬਾਬਾ ਜੀ, ਅਸੀਂ ਤਾਂ ਅਨਪੜ੍ਹ ਹਾਂ, ਅਸੀਂ ਤਾਂ ਮੂਲ ਮੰਤਰ ਦਾ ਜਾਪ ਵੀ ਬਹੁਤ ਹੀ ਔਖਿਆਂ ਯਾਦ ਕੀਤਾ ਹੈ। ਇਹ ਸ਼ਬਦ ਸਾਡੇ ਲਈ ਯਾਦ ਕਰਨਾ ਬਹੁਤ ਔਖਾ ਹੈ। ਉਹ ਮਹਾਂਪੁਰਖ ਜੀ ਮਾਤਾ ਜੀ ਦੀ ਸਰਲ ਜਿਹੀ ਭਾਸ਼ਾ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਤੇ ਉਹਨਾਂ ਨੇ ਉਹਨਾਂ ਨੂੰ ਜੁਗਤੀ ਦੱਸੀ ਕਿ ਮਾਤਾ ਜੀ, ਗੁਰੂ ਸਾਹਿਬਾਂ ਦੀ ਬਾਣੀ ਦਾ ਜੇਕਰ ਇੱਕ ਅੱਖਰ ਹੀ ਕਿਸੇ ਮਨੁੱਖ ਦੇ ਹਿਰਦੇ 'ਚ ਵਸ ਜਾਵੇ, ਉਹ ਵੀ ਸਾਨੂੰ ਪਾਰ ਲੰਘਾ ਦਿੰਦਾ ਹੈ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਜੇ ਤੁਹਾਨੂੰ ਸਾਰਾ ਸ਼ਬਦ ਯਾਦ ਨਹੀਂ ਹੁੰਦਾ ਤਾਂ ਤੁਸੀਂ ਇੱਕ ਹੀ ਪੰਕਤੀ ਦਾ ਜਾਪ ਕਰ ਲਵੋ। ਡੋਲਣ 'ਤੇ ਰਾਖਿਓ ਪ੍ਰਭੂ। ਉਹਨਾਂ ਕਿਹਾ ਕਿ ਤੁਸੀਂ ਇਸ ਪੰਕਤੀ ਦਾ ਜਾਪ ਸਦਾ ਹੀ ਕਰਦੇ ਰਿਹਾ ਕਰੋ, ਫਿਰ ਤੁਹਾਡਾ ਮਨ ਕਦੇ ਵੀ ਨਹੀਂ ਡੋਲੇਗਾ ਤੇ ਡੋਲਣ ਤੋਂ ਵੀ ਬਚ ਜਾਵੇਗਾ। ਇੱਕ ਸੰਤ ਜੀ ਦੇ ਕੋਲ ਇੱਕ ਬਜ਼ੁਰਗ ਜੀ ਨੇ ਬੇਨਤੀ ਕੀਤੀ, ਬਾਬਾ ਜੀ, ਮੈਨੂੰ ਉੱਪਰਲੀਆਂ ਹਵਾਵਾਂ ਬਹੁਤ ਤੰਗ ਕਰਦੀਆਂ ਹਨ, ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ। ਮਹਾਂਪੁਰਖ ਜੀ ਉਹਨਾਂ ਨੂੰ ਪੁੱਛਣ ਲੱਗੇ ਕਿ ਤੁਸੀਂ ਜਾਪ ਸਾਹਿਬ ਦਾ ਪਾਠ ਕਰਦੇ ਹੋ? ਉਹ ਬਜ਼ੁਰਗ ਜੀ ਕਹਿੰਦੇ ਕਿ ਬਾਬਾ ਜੀ, ਮੈਂ ਅਨਪੜ੍ਹ ਹਾਂ, ਮੈਂ ਉਹ ਪਾਠ ਨਹੀਂ ਕਰ ਸਕਦਾ। ਉਹ ਕਹਿੰਦੇ ਕਿ ਫਿਰ ਤੁਸੀਂ ਚੌਪਾਈ ਸਾਹਿਬ ਦਾ ਪਾਠ ਕਰ ਲਿਆ ਕਰੋ। ਉਹ ਬਜ਼ੁਰਗ ਕਹਿੰਦਾ ਕਿ ਮੈਂ ਤਾਂ
ਉਹ ਪਾਠ ਵੀ ਨਹੀਂ ਕਰ ਸਕਦਾ। ਮੈਨੂੰ ਪੜ੍ਹਨਾ ਵੀ ਬਿਲਕੁਲ ਨਹੀਂ ਆਉਂਦਾ। ਉਹ ਮਹਾਂਪੁਰਖ ਜੀ ਕਹਿਣ ਲੱਗੇ ਕਿ ਤੁਸੀਂ ਇੱਕ ਪੰਕਤੀ ਦਾ ਜਾਪ ਹੀ ਕਰ ਲਿਆ ਕਰੋ, ਉਹ ਤੁਹਾਡੇ 'ਤੇ ਅਸਰ ਕਰੇਗੀ। ਉਹ ਬਜ਼ੁਰਗ ਮਹਾਂਪੁਰਖਾਂ ਨੂੰ ਬੇਨਤੀ ਕਰਨ ਲੱਗੇ, ਕਹਿੰਦੇ ਕਿ ਜਾਂ ਤਾਂ ਤੁਸੀਂ ਮੈਨੂੰ ਉਹ ਪੰਕਤੀ ਯਾਦ ਕਰਵਾ ਦਿਓ। ਮਹਾਂਪੁਰਖ ਜੀ ਕਹਿੰਦੇ ਕਿ ਹੁਣ ਤੁਸੀਂ ਆਰਾਮ ਕਰੋ, ਸਵੇਰੇ ਸਾਡੇ ਕੋਲ ਆਇਓ। ਜਦੋਂ ਸਵੇਰ ਦਾ ਸਮਾਂ ਹੋਇਆ, ਉਹਨਾਂ ਬਜ਼ੁਰਗਾਂ ਨੇ ਆ ਕੇ ਮਹਾਂਪੁਰਖਾਂ ਦੇ ਪਾਸ ਫਿਰ ਬੇਨਤੀ ਕੀਤੀ ਤਾਂ ਮਹਾਂਪੁਰਖਾਂ ਨੇ ਕਿਹਾ ਕਿ ਤੁਸੀਂ ਮੇਰੇ ਮਗਰ ਮਗਰ ਬੋਲੋ, ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਪਾਠ ਮਹਾਂਪੁਰਖਾਂ ਨੇ ਉਸ ਬਜ਼ੁਰਗ ਨੂੰ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ। ਇਹਨਾਂ ਨੂੰ ਕੰਠ ਕਰਕੇ ਉਹ ਬਜ਼ੁਰਗ ਘਰ ਚਲਾ ਗਿਆ ਤੇ ਕੁਝ ਸਮੇਂ ਵਿੱਚ ਹੀ ਬਜ਼ੁਰਗ ਨੂੰ ਯਾਦ ਹੋ ਗਿਆ। ਫਿਰ ਮਹਾਂਪੁਰਖਾਂ ਨੇ ਪੁੱਛਿਆ ਕਿ ਹਾਂਜੀ ਦੱਸੋ ਬਜ਼ੁਰਗੋ ਕਿਵੇਂ? ਬਜ਼ੁਰਗ ਜੀ ਕਹਿਣ ਲੱਗੇ ਕਿ ਮਹਾਂਪੁਰਖੋ, ਤੁਹਾਡੀ ਬਹੁਤ ਹੀ ਮਿਹਰ ਹੋ ਗਈ ਹੈ, ਹੁਣ ਸਭ ਕੁਝ ਠੀਕ ਹੈ। ਇਸ ਲਈ ਗਿਆਨੀ ਜੀ ਸਮਤ ਬਖਸ਼ਦੇ ਹਨ। ਕੋਈ ਇਹ ਨਾ ਕਹੇ ਕਿ ਮੈਂ ਇਹ ਬਾਣੀ ਨਹੀਂ ਪੜ੍ਹ ਸਕਦਾ। ਗੁਰਬਾਣੀ ਦਾ ਇੱਕ ਅੱਖਰ ਹੀ ਬਹੁਤ ਹੈ, ਤਾਂ ਉਹ ਹਿਰਦੇ 'ਚ ਵਸਾ ਲਓ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬੇਅੰਤ ਹੀ ਸੰਗਤ ਦਰਸ਼ਨ ਕਰਨ ਲਈ ਆਉਂਦੀ ਹੈ ਅਤੇ ਜਿੰਨੀ ਹੀ ਕਿਸੇ ਦੀ ਬਾਬਾ ਜੀ ਦੇ ਪ੍ਰਤੀ ਸ਼ਰਧਾ ਹੈ, ਉਹ ਓਨੀ ਹੀ ਸ਼ਰਧਾ ਅਨੁਸਾਰ ਫਲ ਝੋਲੀ ਵਿੱਚ ਪਵਾ ਕੇ ਚਲਾ ਜਾਂਦਾ ਹੈ। ਇੱਕ ਵਾਰ ਪੰਜਾਬ ਸਰਕਾਰ ਦੇ ਰੱਖਿਆ ਮੰਤਰੀ ਬਾਬਾ ਜੀ ਦੇ ਵਿਚਾਰ ਸੁਣ ਕੇ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਆਏ। ਆ ਕੇ ਕਹਿਣ ਲੱਗੇ ਕਿ ਮੈਂ ਸੁਣਿਆ ਹੈ ਕਿ ਇੱਥੇ ਤਾਂ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ। ਸੇਵਾਦਾਰ ਕਹਿੰਦੇ ਕਿ ਤੈਨੂੰ ਕੀ ਦੁੱਖ ਹੈ, ਤੂੰ ਵੀ ਬਾਬਾ ਜੀ ਦੇ ਕੋਲ ਬੇਨਤੀ ਕਰ ਲੈ। ਰੱਖਿਆ ਮੰਤਰੀ ਦੀ ਸਿਹਤ ਬਹੁਤ ਖਰਾਬ ਸੀ। ਉਹਨਾਂ ਦੇਸ਼ ਵਿਦੇਸ਼ਾਂ ਦੇ ਸਾਰੇ ਡਾਕਟਰਾਂ ਦੇ ਕੋਲੋਂ ਦਵਾਈ ਖਾ ਕੇ ਦੇਖ ਲਿਆ ਸੀ, ਪਰ ਕਿਤੇ ਵੀ ਉਸ ਨੂੰ ਆਰਾਮ ਨਹੀਂ ਆਇਆ। ਸਾਰੇ ਹੀ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਤੇ ਡਾਕਟਰਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਤੇਰਾ ਬਚਣਾ ਵੀ ਬਹੁਤ ਮੁਸ਼ਕਿਲ ਹੈ। ਉਸ ਨੇ ਇਸੇ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ। ਬਾਬਾ ਜੀ ਉਸ ਦੇ ਨਾਲ ਬੇਨਤੀ ਕਰਨ ਲੱਗੇ, ਜੇਕਰ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਲਓ ਤਾਂ ਤੁਸੀਂ ਹੋਰ 10 ਸਾਲ ਜਿਉਂਦੇ ਰਹਿ ਸਕਦੇ ਹੋ। ਰੱਖਿਆ ਮੰਤਰੀ ਕਹਿਣ ਲੱਗੇ, ਬਾਬਾ ਜੀ ਮੈਨੂੰ ਤਾਂ ਡਾਕਟਰਾਂ ਨੇ ਦੱਸਿਆ ਹੈ ਕਿ ਮੈਂ ਤਾਂ ਕੁਝ ਕੁ ਹੀ ਦਿਨ ਜਿਉਂਦਾ ਰਹਾਂਗਾ। ਤਾਂ ਬਾਬਾ ਈਸ਼ਰ ਸਿੰਘ ਜੀ ਮੁਸਕਰਾਏ ਤੇ ਬਚਨ ਕਰਨ ਲੱਗੇ, ਜੰਮਣਾ ਮਰਨਾ ਤੇ ਬੰਦੇ ਦੀ ਰੋਜੀ ਰੋਟੀ ਦੇ ਵਿੱਚ ਸਭ ਕੁਝ ਗੁਰੂ ਨਾਨਕ ਦੀ ਮੁੱਠੀ ਵਿੱਚ ਹੈ। ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲ ਸਕਦਾ। ਤੁਸੀਂ ਗੁਰੂ ਸਾਹਿਬਾਂ 'ਤੇ ਭਰੋਸਾ ਰੱਖੋ, ਗੁਰੂ ਨਾਨਕ ਪਾਤਸ਼ਾਹ ਜੀ ਸਭ ਭਲੀ ਕਰਨਗੇ। ਬਾਬਾ ਜੀ ਦੇ ਮੁਖੋਂ ਇਹੋ ਜਿਹੇ ਬਚਨ ਸੁਣ ਕੇ ਉਸ ਦੇ ਮਨ ਦੇ ਅੰਦਰ ਕੁਝ ਆਸ ਹੋ ਗਈ ਕਿ ਹੁਣ ਮੈਂ ਠੀਕ ਹੋ ਸਕਦਾ ਹਾਂ। ਉਸ ਨੇ ਬਾਬਾ ਜੀ ਦੇ ਹੁਕਮ ਦੇ ਅਨੁਸਾਰ ਨਾਨਕਸਰ ਵਿਖੇ ਅਖੰਡ ਪਾਠ ਕਰਵਾਉਣ ਦੀ ਗੱਲ ਵੀ ਮੰਨ ਲਈ। ਇੱਕ ਸਹਿਜ ਪਾਠ ਕੇਵਲ 10 ਕੁ ਦਿਨ 'ਚ ਪੂਰਾ ਹੋ ਜਾਂਦਾ ਹੈ। ਜਦੋਂ ਪਹਿਲਾ ਪਾਠ ਸੰਪੂਰਨ ਹੋਇਆ, ਫਿਰ ਦੂਸਰਾ ਅਖੰਡ ਪਾਠ, ਤਾਂ ਉਸ ਸਮੇਂ ਮੰਤਰੀ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੋ ਚੁੱਕਾ ਸੀ। ਉਸ ਦੀਆਂ ਸਾਰੀਆਂ ਹੀ ਰਿਪੋਰਟਾਂ ਹੋਈਆਂ ਤੇ ਉਹ ਸਾਰੀਆਂ ਹੀ ਸਹੀ ਆਈਆਂ ਤੇ ਡਾਕਟਰ ਵੀ ਬਹੁਤ ਹੈਰਾਨ ਹੋਏ। ਇਸ ਤਰ੍ਹਾਂ ਜਦੋਂ ਰੱਖਿਆ ਮੰਤਰੀ ਦੀ ਸਿਹਤ ਦੇ ਵਿੱਚ ਵੀ ਬਹੁਤ ਹੀ ਸੁਧਾਰ ਹੋ ਗਿਆ ਤਾਂ ਉਹ ਹਮੇਸ਼ਾ ਲਈ ਪਰਮਾਤਮਾ ਦੇ ਲੜ ਲੱਗ ਗਿਆ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਜੇਕਰ ਕਿਸੇ ਗੁਰਬਾਣੀ ਦੇ ਲੜ ਲੱਗ ਜਾਈਏ ਤਾਂ ਉਹ ਸਾਰੇ ਹੀ ਸਾਡੇ ਕਾਰਜ ਸਵਾਰ ਦਿੰਦੀ ਹੈ, ਸਾਰੇ ਦੁੱਖ ਦੂਰ ਕਰ ਦਿੰਦੀ ਹੈ। ਬਸ ਸਾਨੂੰ ਵਿਸ਼ਵਾਸ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।